ਤੁਸੀਂ ਇੱਕ ਜਨਾਨੀਆਂ ਨੂੰ ਦੇਖ ਕੇ ਜਨਾਨੀ ਤੂੰ ਤਾਂ ਮੇਰੇ ਕੱਪੜੇ ਪਾੜ ਦੋਗੇ ਇੱਦਾਂ ਤੁਸੀਂ ਭਾਜੀ ਲੇਡੀਜ਼ ਲੈ ਕੇ ਆਓ, ਲੇਡੀਜ਼ ਨੂੰ ਟ੍ਰੀਟ ਕਰਨ ਲਈ ਆ ਗਲਤ ਗੱਲ ਆ। ਫਟਾਫਟ ਇਧਰੋਂ ਪੁਲਿਸ ਉਧਰੋਂ ਪੁਲਿਸ ਫੜ ਕੇ ਸਾਡੀਆਂ ਬਾਹਾਂ ਵਿੱਚ ਬੱਚੇ ਚੀਕਾਂ ਮਾਰਨ, ਮਤਲਬ ਕਿ ਉਹ ਟਾਈਮ ਮੇਰੇ ਲਈ ਯਾਦ ਕਰਨਾ ਬੜਾ ਔਖਾ ਹੈ। ਪ੍ਰੈਸ ਦੇ ਮਾਧਿਅਮ ਤੇ ਤੁਹਾਡੇ ਮਾਧਿਅਮ ਤੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕੱਲ ਨੂੰ ਮੇਰੀ ਕੁਝ ਵੀ ਮੈਨੂੰ ਹੁੰਦਾ, ਉਹਦਾ ਜ਼ਿੰਮੇਵਾਰ ਰਮੇਸ਼ ਮਿੱਤਲ, ਚੇਅਰਮੈਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਅਸ਼ੋਕ ਮਿੱਤਲ ਰਾਜ ਸਭਾ ਮੈਂਬਰ ਤੇ ਸਰਵਣ, ਜਿਹੜਾ ਕਿ ਬੰਦਾ ਡਿਪੋਰਟ ਆ ਇੰਗਲੈਂਡ ਤੋਂ। ਧੱਕੇ ਕਦੇ ਮਾਰਦੇ ਤੁਸੀਂ ਸਰ? ਤੁਸੀਂ ਧੱਕੇ ਕਦੇ ਮਾਰੇ ਲੇਡੀਜ਼ ਨੂੰ? ਨਹੀਂ ਮਾਰਦੇ ਧੱਕੇ ਧੱਕਾ ਕਦੇ ਮਾਰਿਆ ਤੁਸੀਂ ਲੇਡੀਜ਼ ਨੂੰ ਸਰ? ਤੁਸੀਂ ਲੇਡੀਜ਼ ਪੁਲਿਸ ਲੈ ਆਓ ਜੀ। ਕਿੰਨੇ ਦਿਨ ਅੰਦਰ ਰਹੇ ਸੀਗੇ ਤੁਹਾਡੇ ਬੱਚੇ ਤੇ ਤੁਹਾਡੇ ਵਾਈਫ ਤੇ ਤੁਹਾਡੀ ਸੱਸ? ਪੂਰੇ 32 ਦਿਨ ਅੰਦਰ ਹੈ ਜੀ। ਪੂਰੇ 32 ਦਿਨ ਬਾਅਦ ਜ਼ਮਾਨਤ ਕਿਹੜੀ ਜੇਲ੍ਹ ਦੇ ਵਿੱਚ ਬਾਈ? ਆਪਣੇ ਕਪੂਰਥਲਾ ਜੀ। ਬੱਚੇ ਹਰ ਵੇਲੇ ਰੋਂਦੇ ਸੀ, ਕਹਿੰਦੇ ਸੀ ਪਾਪਾ ਕਿੱਥੇ ਆ, ਮੰਮਾ ਆਪਾਂ ਕਿੱਥੇ ਆ ਗਏ, ਆਪਾਂ ਕਿਉਂ ਆਏ, ਆਪਾਂ ਕੀ ਕੀਤਾ ਇੱਦਾਂ ਦਾ, ਸਾਨੂੰ ਕਿਉਂ ਲੈ ਕੇ ਆ ਗਏ, ਅਸੀਂ ਕੀ ਕਰਤਾ ਇੱਦਾਂ ਦਾ। ਮਤਲਬ ਬੱਚੇ ਇੱਦਾਂ ਕਰਦੇ ਸੀ, ਹਾਏ ਮੰਮਾ ਕਿੱਥੇ ਆ, ਹਾਏ ਮੰਮਾ ਲੋਕ ਕਿਉਂ ਲਾਤਾ, ਹਾਏ ਮੰਮਾ ਤੁਹਾਨੂੰ ਬਾਹਰ ਕਿਉਂ ਨਹੀਂ ਕੱਢਦੇ ਪਏ, ਹਾਏ ਮੰਮਾ ਕੀ ਹੋ ਗਿਆ, ਰੋਂਦੇ ਸੀ। ਕੀ ਸੋਚਦੇ ਹੋਣਗੇ ਉਹ ਬੱਚੇ? ਮੇਰੀ ਰੂਹ ਕੰਬ ਗਈ ਇਹ ਇੰਨੀ ਕੁ ਗੱਲ ਸੁਣ ਕੇ ਭੈਣ ਜੀ। ਤੇ ਬੱਚੇ ਪੁੱਛਦੇ ਆ ਸਾਨੂੰ ਤਾਲਾ ਕਿਉਂ ਲਾਇਆ ਜਾ ਰਿਹਾ? ਕੁੜੀਆਂ ਮੇਰੀ ਉਹ ਇੱਕ ਨੇ ਖਿੱਚ ਲਈ, ਉਹ ਦੂਜਾ ਖਿੱਚਦਾ ਪਿਆ ਸਾਡੇ, ਮਤਲਬ ਪੁਲਿਸ ਵਾਲਿਆਂ ਨੇ ਖਿੱਚੇ ਬੱਚੇ ਭੈਣ ਜੀ? ਪੁਲਿਸ ਵਾਲਿਆਂ ਨੇ ਬੱਚੇ ਖਿੱਚੇ। ਮਤਲਬ ਮੈਂ ਕਹੀ ਜਾਨੀ ਮੇਰੇ ਬੱਚੇ ਕਿੱਥੇ, ਮੇਰੇ ਗੁੜੀਆ ਕਿੱਥੇ ਮੇਰੀ, ਮਤਲਬ ਕਿ ਧੱਕਾ ਮੁੱਕੀ ਫਟਾਫਟ, ਇੰਨੀ ਫੋਰਸ ਕਿ ਜਿੱਦਾਂ ਕੋਈ ਟੈਰਰਿਸਟ ਨਹੀਂ ਹੁੰਦਾ। 32 ਦਿਨਾਂ ਬਾਅਦ ਜ਼ਮਾਨਤ ਹੋਈ ਹੈ। ਛੋਟੇ ਬੱਚੇ, 5 ਸਾਲ ਦਾ ਬੱਚਾ ਬੇਟਾ ਤੇ 3.5 ਸਾਲ ਦੀ ਬੇਟੀ ਵੀ ਜੇਲ੍ਹ ਦੇ ਵਿੱਚ। ਉਸ ਟਾਈਮ ਮੈਂ ਪ੍ਰੈਗਨੈਂਟ ਸੀ ਤੇ ਇਹਨਾਂ ਨੇ ਮੈਨੂੰ ਬਹੁਤ ਤਸ਼ੱਦਦ, ਧੱਕੇ ਮਾਰੇ, ਖਿੱਚਿਆ, ਸਾਨੂੰ ਬਹੁਤ ਧੱਕਾ ਕੀਤਾ। ਮੇਰੇ ਉੱਥੇ ਮਤਲਬ ਕਿ ਉੱਥੇ ਉਹਨਾਂ ਨੇ ਮਿਸਕੈਰੇਜ ਹੋ ਗਿਆ ਸਿਰਫ ਇਹਨਾਂ ਦੀ ਧੱਕੇਸ਼ਾਹੀ ਨਾਲ। ਮੇਰੀ ਵਾਈਫ ਦੇ ਜੀ ਇੱਕ ਬੱਚਾ ਸੀਗਾ ਜੀ ਪੇਟ ਵਿੱਚ। ਅੱਛਾ, ਉਦੋਂ ਤੁਹਾਡੇ ਵਾਈਫ ਪ੍ਰੈਗਨੈਂਟ ਸੀਗੇ ਜਦੋਂ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਨੇ? ਜੀ ਪ੍ਰੈਗਨੈਂਟ ਸੀਗੇ ਜੀ। ਸਿਵਲ ਹਸਪੀਟਲ ਦੀ ਰਿਪੋਰਟ ਹੈ, ਫਗਵਾੜੇ ਦੀ ਵੀ, ਜੇਲ੍ਹ ਦੀ ਵੀ ਜੀ। ਉਹ ਬੱਚੇ ਦਾ ਇਹਨਾਂ ਨੇ ਕੋਈ ਉਹ ਨਹੀਂ ਕੀਤਾ ਜੀ। ਉਹ ਅੰਦਰ ਜੇਲ੍ਹ ਦੇ ਵਿੱਚ ਮਿਸਕੈਰੇਜ ਹੋਇਆ। ਇਹ ਲਵਲੀ ਯੂਨੀਵਰਸਿਟੀ ਦੇ ਕਾਰਨ ਹੀ ਹੋਇਆ ਜੀ। ਮੈਂ ਕਿਹਾ ਕਿ ਮੇਰੇ ਬੱਚੇ ਬਹੁਤ ਛੋਟੇ ਆ, ਕਿ ਮੇਰਾ ਪਿੱਛੇ ਸਾਂਭਣ ਵਾਲਾ ਕੋਈ ਨਹੀਂ ਹੈਗਾ, ਹਨਾ, ਕਿਉਂਕਿ ਮੈਂ ਸੈਪਰੇਟ ਆਪਣੀ ਫੈਮਿਲੀ ਤੋਂ। ਕਿਸੇ ਨੂੰ ਕੁਝ ਪਤਾ ਹੀ ਨਹੀਂ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ, ਕੋਈ ਸਾਡੇ ਤੇ ਕੇਸ ਨਹੀਂ, ਕੋਈ ਅਸੀਂ ਚੋਰੀ ਨਹੀਂ ਕੀਤੀ। ਇਹਨਾਂ ਨੇ ਸਾਨੂੰ ਅੰਦਰ ਹੀ ਕਰਨਾ ਸੀਗਾ, ਕਿਉਂਕਿ ਇਹ ਸਾਡਾ ਹੱਕ ਦੱਬਣਾ ਚਾਹੁੰਦੇ ਸੀ ਮੇਰੇ ਭੈਣ ਭਰਾ ਦਾ। ਇਹ ਕਹਿੰਦੇ ਕਿਰਪਾਨਾਂ ਲੈ ਕੇ ਵੜੇ ਇੱਦਾਂ। ਸ਼੍ਰੀ ਸਾਹਿਬ ਅਸੀਂ ਪਾਈਓ, ਮਹਾਰਾਜ ਦਾ ਅੰਮ੍ਰਿਤ ਛਕਿਆ ਆ, ਇਹ ਤਾਂ ਸਾਡੇ ਕੋਲ ਹੈ, ਇਹ ਤਾਂ ਸਾਡੇ ਮਹਾਰਾਜ ਨੇ ਸਾਨੂੰ ਦਿੱਤੀ ਆ। ਤੁਸੀਂ ਕਹਿ ਨਹੀਂ ਸਕਦੇ ਕਿਰਪਾਨਾਂ ਫੜ ਕੇ ਵੜ ਗਏ ਫਲਾਣਾ ਕਰ, ਇੱਦਾਂ ਦਾ ਕੁਛ ਨਹੀਂ ਸੀ। ਇਹ ਝੂਠੇ ਇਲਜ਼ਾਮ ਸੀ। ਛੋਟੇ ਛੋਟੇ ਬੱਚਿਆਂ ਨੇ ਵੀ ਕਿਤੇ ਕਿਰਪਾਨਾਂ ਫੜੀਆਂ ਸੀ, ਛੋਟੇ ਛੋਟੇ ਬੱਚਿਆਂ ਨੇ ਵੀ ਕੀ ਕੀਤਾ ਸੀ, ਮੈਨੂੰ ਦੱਸਣ ਤਾਂ ਸਹੀ। ਮੈਂ ਤੁਛ ਜਿਹਾ ਗਰੀਬ ਜਿਹਾ ਬੰਦਾ ਜਿਹਦੀ ਜੱਦੀ ਜ਼ਮੀਨ ਆ, ਜਿਹਨੂੰ ਅੰਦਰ ਕਰਾ ਕੇ ਸਮੇਤ ਫੈਮਿਲੀ ਇਹਨਾਂ ਨੇ ਬਲਡੋਜ਼ਰ ਫੇਰ ਦਿੱਤਾ ਤੇ ਕੋਈ ਉੱਗ ਸੁੱਗ ਨਹੀਂ ਨਿਕਲਣ ਦਿੱਤੀ। ਇੰਨਾ ਵੀ ਤਰਸ ਨਹੀਂ ਕੀਤਾ ਵੀ ਤੁਹਾਡੇ ਭਾਣਜੀਆਂ ਤੇ ਵੀ ਪਰਚਾ ਪਾਤਾ, ਉਹਨਾਂ ਨੂੰ ਵੀ ਅੰਦਰ ਲੈ ਗਏ? ਯਾਰ ਇਹ ਗੱਲ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿ ਮੈਂ ਪਰਮਾਤਮਾ ਦੇ ਵੱਲੋਂ ਹੀ, ਅਸੀਂ ਪੱਥਰ ਨਹੀਂ ਜੀ ਪਹਾੜ ਰੱਖ ਕੇ ਬੈਠੇ ਆ, ਉਹਨੇ ਸਾਨੂੰ ਸਬਰ ਸੰਤੋਖ ਦਿੱਤਾ। ਪਹਿਲੇ ਭਾਗ ਦੇ ਵਿੱਚ ਤੁਹਾਡੀ ਗੱਲਬਾਤ ਕਰਾਈ ਬਾਈ ਮਨਜੀਤ ਸਿੰਘ ਅਤੇ ਉਹਨਾਂ ਦੇ ਸਾਲਾ ਸਾਹਿਬ ਨਵਦੀਪ ਸਿੰਘ ਹੋਰਾਂ ਦੇ ਨਾਲ, ਔਰ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਭੈਣ ਅਵਲਪ੍ਰੀਤ ਹੋਰਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਜਿਹੜੇ 32 ਦਿਨ ਜੇਲ੍ਹ ਦੇ ਵਿੱਚ ਰਹੇ, ਸਮੇਤ ਉਹਨਾਂ ਦੇ ਛੋਟੇ ਬੱਚੇ, ਜਿਹੜੇ ਬੱਚੇ ਦੀ ਉਮਰ ਉਸ ਵਕਤ 5 ਜਾਂ 6 ਸਾਲ ਤੇ 3.5 ਸਾਲ ਦੀ ਉਹਨਾਂ ਦੀ ਬੇਟੀ ਜੈਸਮੀਨ ਸੀ। ਬੇਟੇ ਦਾ ਨਾਂ ਸਹਿਜਵੀਰ ਹੈ। ਇੱਕ ਲੜਕੀ ਦੇ ਉੱਤੇ, ਇੱਕ ਧੀ ਦੇ ਉੱਤੇ ਉਦੋਂ ਕੀ ਵਾਪਰਦਾ ਹੈ ਜਦੋਂ ਇਸ ਕਿਸਮ ਦਾ ਤਸ਼ੱਦਦ ਹੋਵੇ ਕਿ ਜਿਹੜੇ ਘਰ ਦੇ ਵਿੱਚੋਂ ਤੁਸੀਂ ਖੇਡੇ ਪਲੇ ਹੋ, ਜਿਹੜੇ ਘਰ ਦੇ ਵਿੱਚ ਤੁਸੀਂ ਜਵਾਨ ਹੋਏ ਹੋ, ਜਿਹੜੇ ਘਰ ਦੇ ਵਿੱਚੋਂ ਤੁਹਾਡੀ ਡੋਲੀ ਵਿਦਾ ਹੁੰਦੀ ਹੈ, ਜਿਹੜੇ ਘਰ ਦੇ ਵਿੱਚ ਤੁਸੀਂ ਬਾਬਲੇ ਦਾ ਨਿੱਘ ਮਾਣਿਆ, ਅਮੜੀ ਦਾ ਨਿੱਘ ਮਾਣਿਆ, ਭਾਈਆਂ ਦੇ ਨਾਲ ਹੱਸੇ ਖੇਡੇ, ਉਸ ਘਰ ਨੂੰ ਤਰੱਕੀ ਦੇ ਨਾਂ ਦੇ ਉੱਤੇ ਜਾਂ ਆਪਣਾ ਅੰਪਾਇਰ ਖੜਾ ਕਰਨ ਦੇ ਨਾਮ ਦੇ ਉੱਤੇ ਉਸ ਘਰ ਨੂੰ ਜਦੋਂ ਬੁਲਡੋਜ਼ਰ ਨਾਲ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ, ਤਾਂ ਉਸ ਬੇਟੀ ਦੇ, ਉਸ ਧੀ ਦੇ ਮਨ ਦੇ ਉੱਤੇ, ਦਿਲ ਦੇ ਉੱਤੇ ਕੀ ਬੀਤੀ ਹੋਏਗੀ। ਭੈਣ ਜੀ ਬਹੁਤ ਸਵਾਗਤ ਹੈ ਜੀ। ਜੀ ਹਾਂ ਭੈਣ ਜੀ, ਜਿਵੇਂ ਮੈਂ ਕਿਹਾ ਕਿ ਧੀਆਂ ਦਾ ਨਾ ਇੱਕ ਮੋਹ ਹੁੰਦਾ ਅਲੱਗ ਕਿਸਮ ਦਾ, ਭਾਵੇਂ ਬਾਬਲੇ ਦੇ ਘਰ ਦੀਆਂ ਇੱਟਾਂ ਹੀ ਕਿਉਂ ਨਾ ਹੋਣ, ਖਾਲੀ ਕੰਧਾਂ ਕਿਉਂ ਨਾ ਹੋਣ, ਫਿਰ ਵੀ ਧੀਆਂ ਨੂੰ ਮੋਹ ਆਉਂਦਾ। ਤੁਹਾਡੇ ਘਰ ਨੂੰ ਹੜੱਪਣ ਦੀ ਕਹਾਣੀ ਦੇ ਵਿੱਚ ਤੁਸੀਂ ਕਿਵੇਂ ਸ਼ਿਕਾਰ ਹੋ ਗਏ?
ਮੈਨੂੰ ਤਾਂ ਬਸ ਇਹਨਾਂ ਨੇ ਫੋਨ ਕਰਕੇ ਸੱਦਿਆ ਕਿ ਹਾਂਜੀ ਭਰਾਵਾਂ ਨੇ ਵੀ ਚਲੋ ਹਨਾ ਵੀ ਇਹ ਕਹਿੰਦੇ ਅਸੀਂ ਫੈਸਲਾ ਕਰਨਾ ਤੁਹਾਨੂੰ ਤੁਹਾਡਾ ਘਰ ਦੇ ਦੇਣਾ ਜੋ ਵੀ ਇਹਨਾਂ ਨੇ ਸਾਂਭ ਲਿਆ ਸਾਰਾ ਕੁਝ ਲਵਲੀ ਯੂਨੀਵਰਸਿਟੀ ਦੇ ਮਾਲਕ ਨੇ ਤੁਹਾਨੂੰ ਸਾਰਾ ਕੁਝ ਦੇ ਦੇਣਾ ਇੱਕ ਵਾਰੀ ਇਹ ਵੱਡੇ ਸੀਗੇ ਘਰ 'ਚ ਮੇਰੇ ਹਸਬੰਡ ਵੱਡੇ ਸੀਗੇ ਕਹਿੰਦੇ ਚਲੋ ਆ ਜਾਓ ਇੱਕ ਵਾਰੀ ਹਨਾ ਗੱਲਬਾਤ ਕਰਦੇ ਆ ਇੱਥੇ ਹਨਾ ਇਹਨਾਂ ਸਾਰਿਆਂ ਨੇ ਪਹਿਲਾਂ ਹੀ ਉੱਤੇ ਪਰਚੇ ਵਗੈਰਾ ਸਾਡੇ ਤੇ ਕੱਟੇ ਹੋਏ ਸੀ ਅਸੀਂ ਏਦਾਂ ਸਵੇਰ ਦੇ 7 ਵਜੇ ਸੀ ਕੋਈ ਗੱਲ ਨਹੀਂ ਕੋਈ ਅਸੀਂ ਕਿਹਾ ਚਲੋ ਆਉਂਦੇ ਹਾਂ ਅਸੀਂ ਫਿਰ ਮੈਂ ਕਿਹਾ ਨਹੀਂ ਮੇਰਾ ਮਨ ਨਹੀਂ ਕੋਈ ਨਹੀਂ ਤੁਸੀਂ ਕਰ ਲਓ ਹਨਾ ਤੁਹਾਡਾ ਫਿਰ ਆਦਾ ਐਸਐਚਓ ਬਰਾੜ ਸਾਹਿਬ ਉਹ ਕਹਿੰਦੇ ਪਏ ਆ ਜਾਓ ਫੋਨ ਕਰੀ ਜਾਣ ਸਾਰੇ ਫੋਨ ਕਰੀ ਜਾਣ ਆ ਜਾਓ ਅਸੀਂ ਮੈਨੂੰ ਇੱਕਦਮ ਮੈਂ ਕਿਹਾ ਚਲੋ ਚੱਲ ਜਾਣੀ ਮੈਂ ਬੱਚੇ ਨਾਲ ਹਨਾ ਮੈਂ ਚੱਲ ਗਈ ਮੈਂ ਕਿਹਾ ਹਾਂਜੀ ਕੀ ਗੱਲ ਆ ਕੀ ਬਾਤ ਕੀ ਮਤਲਬ ਕਿ ਦਿੰਦੇ ਆ ਸਾਰਾ ਕੁਝ ਆਪਣਾ ਵਾਪਸ ਕਿ ਨਹੀਂ ਹਨਾ ਕੀ ਕਹਿੰਦੇ ਆ ਕਿ ਹਨਾ ਤੇ ਇਹ ਮੋਰਿਓ ਇਹਨਾਂ ਨੇ ਫਟਾਫਟ ਅਸੀਂ ਇਦਾਂ ਖੜੇ ਹੋਏ ਆ ਫਟਾਫਟ ਇਧਰੋਂ ਪੁਲਿਸ ਫੜ ਕੇ ਸਾਡੀਆਂ ਬਾਹਾਂ ਵਿੱਚ ਬੱਚੇ ਚੀਕਾਂ ਮਾਰਨ ਮਤਲਬ ਕਿ ਉਹ ਟਾਈਮ ਮੇਰੇ ਲਈ ਯਾਦ ਕਰਨਾ ਬੜਾ ਔਖਾ ਹੈ ਮੇਰੇ ਬੱਚੇ ਬਹੁਤ ਛੋਟੇ ਸੀ ਬੱਚੇ ਨੂੰ ਕਿਸੇ ਨੂੰ ਕੋਈ ਗੁੜੀਆ ਮੇਰੀ ਉਹ ਇੱਕ ਨੇ ਖਿੱਚ ਲਈ ਉਹ ਦੂਜਾ ਖਿੱਚਦਾ ਪਿਆ ਸਾਡੇ ਮਤਲਬ ਪੁਲਿਸ ਵਾਲਿਆਂ ਨੇ ਖਿੱਚੇ ਬੱਚੇ ਭੈਣ ਜੀ? ਪੁਲਿਸ ਵਾਲਿਆਂ ਨੇ ਬੱਚੇ ਖਿੱਚੇ ਮਤਲਬ ਮੈਂ ਕਹੀ ਜਾਨੀ ਮੇਰੇ ਬੱਚੇ ਕਿੱਥੇ ਮੇਰੇ ਗੁੜੀਆ ਕਿੱਥੇ ਮੇਰੀ ਮਤਲਬ ਕਿ ਧੱਕਾ ਮੁੱਕੀ ਫਟਾਫਟ ਇੰਨੀ ਫੋਰਸ ਕਿ ਜਿੱਦਾਂ ਕੋਈ ਟੈਰਰਿਸਟ ਨਹੀਂ ਹੁੰਦਾ ਕਿਸੇ ਟੈਰਰਿਸਟ ਨੂੰ ਫੜਨਾ ਹੁੰਦਾ ਏਦਾਂ ਇਹਨਾਂ ਨੇ ਲਗਾਤੀ ਮੇਰੇ ਹਸਬੰਡ ਕੀਤੇ ਸਾਰਿਆਂ ਨੂੰ ਸਾਨੂੰ ਫੜ ਲਿਆ ਬਸ ਮੇਰੀ ਵੇਟ ਕਰ ਰਹੇ ਸੀ ਵੀ ਇਹ ਵੀ ਆਵੇ ਤਾਂ ਫਟਾਫਟ ਇਹਨਾਂ ਨੂੰ ਚੱਕ ਲਈਏ ਭਾਈ ਸਾਹਿਬ ਪਹਿਲਾਂ ਚਲੇ ਗਏ ਸੀਗੇ ਤੁਹਾਡੇ ਹਸਬੰਡ? ਕੀਤਾ ਇਹ ਪਹਿਲਾਂ ਚਲੇ ਗਏ ਫਿਰ ਇਹਨਾਂ ਤੋਂ ਫੋਨ ਕਰਾਇਆ ਫਿਰ ਭਾਜੀ ਦਾ ਫੋਨ ਆਇਆ ਸਾਰਿਆਂ ਦੇ ਵੀ ਤੁਸੀਂ ਵੀ ਆ ਜਾਓ ਇਹ ਕਹਿੰਦੇ ਕਿ ਤੁਹਾਨੂੰ ਤੁਹਾਡਾ ਘਰ ਦੇ ਦੇਣਾ ਵਾਪਸ ਕੋਈ ਨਹੀਂ ਤੁਸੀਂ ਆ ਜਾਓ ਤੁਸੀਂ ਆਪਣੇ ਜੀਜੇ ਨੂੰ ਵੀ ਬੁਲਾਓ ਤੇ ਭੈਣ ਨੂੰ ਵੀ ਬੁਲਾਓ ਕਿਉਂਕਿ ਸਾਰਿਆਂ ਦੀ ਸ਼ਾਮਲ ਹੋਣਾ ਬਹੁਤ ਜ਼ਰੂਰੀ ਆ ਇੱਥੇ ਤਹਿਸੀਲਦਾਰ ਇੱਥੇ ਸਾਰੇ ਬੈਠੇ ਆ ਜੋ ਇਹਨਾਂ ਦੀ ਗੱਲ ਹੋਈ ਠੀਕ ਆ ਤੁਸੀਂ ਮੇਰੀ ਲੋਕੇਸ਼ਨ ਵੀ ਪਤਾ ਕਰ ਸਕਦੇ ਮੇਰੀ ਤਾਂ ਲੋਕੇਸ਼ਨ ਘਰ ਦੀ ਸੀਗੀ ਉਸ ਟਾਈਮ ਲੋਕੇਸ਼ਨ ਉੱਥੇ ਪਹੁੰਚੀ ਮੇਰੀ ਕਿਉਂਕਿ ਉਸ ਟਾਈਮ ਮੈਨੂੰ ਇਹਨਾਂ ਨੇ ਸੱਦਿਆ ਫੋਨ ਖੋਲੇ 1 ਮਿੰਟ 'ਚ 1 ਸਕਿੰਟ ਮਿੰਟ ਵੀ ਬਹੁਤ ਜ਼ਿਆਦਾ ਆ ਕੋਈ ਗੇਟ ਇਧਰੋਂ ਪੁਲਿਸ ਸਾਰਿਆਂ ਨੇ ਸਾਨੂੰ ਫੜ ਕੇ ਵਿੱਚ ਸਿੱਟ ਲਿਆ ਗੱਡੀ ਦੇ ਤੇ ਬੱਚਿਆਂ ਤੇ ਵੀ ਤਰਸ ਨਹੀਂ ਕੀਤਾ ਭੈਣ ਜੀ? ਤੁਸੀਂ ਕਹਿ ਸਕਦੇ ਸੀਗੇ ਭਾਈ ਮੇਰੇ ਬੱਚੇ ਮੇਰੇ ਛੋਟੇ ਨੇ ਗੋਦੀ ਦੇ ਵਿੱਚ ਨੇ ਬੱਚੇ ਤੁਸੀਂ ਬੱਚਿਆਂ ਤੇ ਕਿਉਂ ਇੰਨਾ ਤਸ਼ੱਦਦ ਕਰਦੇ ਪਏ ਤੁਸੀਂ ਛੱਡ ਦਿਓ ਕਿ ਸਾਡਾ ਕਸੂਰ ਕੀ ਹੈ ਸਾਡਾ ਕਸੂਰ ਤਾਂ ਦੱਸੋ ਵੀ ਮੇਰੇ ਮਾਂ-ਬਾਪ ਦਾ ਘਰ ਆ ਹਨਾ ਤੇ ਤੁਸੀਂ ਮੈਨੂੰ ਕਸੂਰ ਤਾਂ ਦੱਸੋ ਨਹੀਂ ਕਸੂਰ ਕੋਈ ਬਸ ਕਿਸੇ ਨੇ ਸਾਡੀ ਗੱਲ ਹੀ ਨਹੀਂ ਸੁਣੀ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਸੀ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਸਾਡੇ ਫਗਵਾੜੇ ਫਿਰ ਤੁਹਾਨੂੰ ਸੀਆਈ ਸਟਾਫ ਲੈ ਕੇ ਗਏ ਸੀ ਜਾਂ ਥਾਣੇ ਦੇ ਵਿੱਚ ਲੈ ਕੇ ਗਏ ਸੀ ਕੁਝ ਧਿਆਨ ਆ ਤੁਹਾਨੂੰ ਪਤਾ ਕੁਝ? ਹਾਂਜੀ ਸਾਨੂੰ ਥਾਣੇ 'ਚ ਸਾਰੇ ਲੈ ਗਏ ਸੀ ਉੱਥੇ ਮਤਲਬ ਸਾਡੇ ਪਹਿਲਾਂ ਇਹਨਾਂ ਨੇ ਪਰਚੇ ਵਗੈਰਾ ਸਭ ਕੁਝ ਪਹਿਲਾਂ ਹੀ ਕੱਟੇ ਹੋਏ ਸੀ ਇਹਨਾਂ ਨੇ ਸਾਨੂੰ ਅੰਦਰ ਹੀ ਕਰਨਾ ਸੀਗਾ ਕਿਉਂਕਿ ਇਹ ਸਾਡਾ ਹੱਕ ਦੱਬਣਾ ਚਾਹੁੰਦੇ ਸੀ ਮੇਰੇ ਭੈਣ ਭਰਾ ਦਾ ਕਿ ਇਹਨਾਂ ਨੂੰ ਨਹੀਂ ਦੇਣਾ ਇਹਨਾਂ ਦੇ ਘਰ ਤੇ ਕਬਜ਼ਾ ਕਰਨਾ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਉਹ ਜੋ ਕਿ ਉਹਨੇ ਸਾਨੂੰ ਸਾਰਿਆਂ ਨੂੰ ਅੰਦਰ ਕਰਕੇ ਘਰ ਢਾਹ ਕੇ ਕਰ ਲਿਆ। ਜੇਲ੍ਹ ਜਾਣ ਦੀ ਕਹਾਣੀ ਕਿਵੇਂ ਬਣਦੀ ਹੈ ਜਦੋਂ ਥਾਣੇ ਤੋਂ ਤੁਹਾਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੋਊਗਾ ਪਹਿਲਾਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਹੋਊ ਕੋਰਟ ਦੇ ਵਿੱਚ ਇਹ ਹੁੰਦਾ ਕਿ ਜੱਜ ਸਾਹਿਬ ਦੇਖਦੇ ਹੁੰਦੇ ਨੇ ਜੱਜ ਸਾਹਿਬਾਨ ਦੇਖਦੇ ਨੇ ਕਿ ਕੌਣ ਪੇਸ਼ ਹੋਇਆ ਇੱਕ ਲੇਡੀਜ਼ ਪੇਸ਼ ਹੋਈ ਹੈ ਉਹ ਕਿੱਦਾਂ ਦੀ ਆ ਚਾਲ ਚੱਲਣ ਕਿੱਦਾਂ ਦਾ ਨਾਲ ਉਸ ਦੇ ਬੱਚੇ ਨੇ ਅਦਾਲਤ ਦਾ ਕੀ ਨਜ਼ਾਰਾ ਸੀ ਅਦਾਲਤ ਦਾ ਕੀ ਰਵੱਈਆ ਸੀ ਉਸ ਵਕਤ? ਅਦਾਲਤ ਦਾ ਮੈਂ ਚਲੋ ਮਾਨਯੋਗ ਅਦਾਲਤ ਸੀ ਮੈਂ ਇਹ ਕਹਿਣਾ ਚਾਹੁੰਦੀ ਕਿ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਮੈਂ ਕਿਹਾ ਕਿ ਮੇਰੇ ਬੱਚੇ ਬਹੁਤ ਛੋਟੇ ਆ ਕਿ ਮੇਰਾ ਪਿੱਛੇ ਸਾਂਭਣ ਵਾਲਾ ਕੋਈ ਨਹੀਂ ਹੈਗਾ ਹਨਾ ਕਿਉਂਕਿ ਮੈਂ ਸੈਪਰੇਟ ਆਪਣੀ ਫੈਮਿਲੀ ਤੋਂ ਕਿਸੇ ਨੂੰ ਕੁਝ ਪਤਾ ਹੀ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਕੋਈ ਸਾਡੇ ਤੇ ਕੇਸ ਨਹੀਂ ਕੋਈ ਅਸੀਂ ਚੋਰੀ ਨਹੀਂ ਕੀਤੀ ਕੋਈ ਅਸੀਂ ਡਾਕਾ ਨਹੀਂ ਮਾਰਿਆ ਕੋਈ ਅਸੀਂ ਕਿਸੇ ਦਾ ਕਤਲ ਨਹੀਂ ਕੀਤਾ ਕੋਈ ਕੁਛ ਨਹੀਂ ਕੀਤਾ ਇਹ ਕਹਿੰਦੇ ਕਿਰਪਾਨਾਂ ਲੈ ਕੇ ਵੜੇ ਇਦਾਂ ਸ਼੍ਰੀ ਸਾਹਿਬ ਅਸੀਂ ਪਾਈਓ ਮਹਾਰਾਜ ਦਾ ਅੰਮ੍ਰਿਤ ਛਕਿਆ ਆ ਇਹ ਤਾਂ ਸਾਡੇ ਕੋਲ ਹੈ ਇਹ ਤਾਂ ਸਾਡੇ ਮਹਾਰਾਜ ਨੇ ਸਾਨੂੰ ਦਿੱਤੀ ਆ ਤੁਸੀਂ ਕਹਿ ਨਹੀਂ ਸਕਦੇ ਕਿਰਪਾਨਾਂ ਫੜ ਕੇ ਵੜ ਗਏ ਫਲਾਣਾ ਕਰ ਇਦਾਂ ਦਾ ਕੁਝ ਨਹੀਂ ਸੀ ਇਹ ਝੂਠੇ ਇਲਜ਼ਾਮ ਸੀ ਛੋਟੇ ਬੱਚਿਆਂ ਨੇ ਵੀ ਕਿਤੇ ਕਿਰਪਾਨਾਂ ਫੜੀਆਂ ਸੀ ਛੋਟੇ ਬੱਚਿਆਂ ਨੇ ਵੀ ਕੀ ਕੀਤਾ ਸੀ ਮੈਨੂੰ ਦੱਸਣ ਤਾਂ ਸਹੀ ਛੋਟੇ ਬੱਚੇ ਇੱਕ ਗੁੜੀਆ ਮੇਰੀ 4 ਸਾਲ ਦੀ ਸੀ ਬੇਟਾ ਮੇਰਾ 6 ਸਾਲ ਦਾ ਸੀ ਉਸ ਟਾਈਮ ਤੇ ਮੈਂ ਮਤਲਬ ਕਿ ਮੈਂ ਕਿਹਾ ਜੱਜ ਸਾਹਿਬ ਨੂੰ ਕਿ ਮੇਰੀ ਬੇਨਤੀ ਹੈ ਕਿ ਮੇਰੇ ਬੱਚੇ ਸਾਂਭਣ ਨੂੰ ਕੋਈ ਨਹੀਂ ਹੈਗਾ ਕਿ ਤੁਸੀਂ ਪਲੀਜ਼ ਮੈਨੂੰ ਛੱਡ ਦਿਓ ਮੇਰੀ ਕੋਈ ਗਲਤੀ ਨਹੀਂ ਹੈਗੀ ਬਸ ਕਿਸੇ ਨੇ ਕੁਝ ਨਹੀਂ ਸੁਣਿਆ ਫਟਾਫਟ ਮੈਂ ਇੰਨਾ ਵੀ ਤਰਲਾ ਮਿੰਨਤਾਂ ਕੀਤੀਆਂ ਕਿ ਮੇਰੇ ਬੱਚਿਆਂ ਦੇ ਕੱਪੜੇ ਨਹੀਂ ਹੈਗੇ ਮੇਰੇ ਬੱਚਿਆਂ ਲਈ ਕਿੱਦਾਂ ਖਾਣਾ ਖਾਓਗੇ ਬੇਟਾ ਮੇਰਾ ਉਸ ਦਿਨ ਬੁਖਾਰ ਨਾਲ ਬਿਮਾਰ ਸੀ ਬੱਚੇ ਤਾਂ ਵੈਸੇ ਹੀ ਬੌਂਦਲ ਗਏ ਹੋਣਗੇ ਡਰ ਗਏ ਹੋਣਗੇ ਬੱਚਿਆਂ ਨੇ ਇਦਾਂ ਦਾ ਮਤਲਬ ਪੁਲਿਸ ਦਾ ਇਦਾਂ ਦਾ ਐਕਸ਼ਨ ਦੇਖਿਆ ਦੇਖੋ ਮੈਂ ਤਾਂ ਕਦੀ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਸਕੂਲ ਜਾਂਦਾ ਸੀ ਬੇਟਾ ਗੁੜੀਆ ਸਕੂਲ ਮਤਲਬ ਜਾਂਦੀ ਸੀ ਪ੍ਰੀ ਨਰਸਰੀ ਚ ਮਤਲਬ ਬੱਚੇ ਤਾਂ ਇੰਨਾ ਜ਼ਿਆਦਾ ਡਰ ਗਏ ਸੀ ਕਿ ਬੱਚਿਆਂ ਨੂੰ ਮੈਂ ਇਹ ਵੀ ਕਹਿੰਨੀ ਆ ਨਾ ਹੁਣ ਘਰੋਂ ਬਾਹਰ ਨਿਕਲੋ
ਉੱਥੇ ਜਾਓ, ਕਿਸੇ ਕੋ ਖੜੋ, ਕਿਸੇ ਦੇ ਘਰ ਜਾਣਾ, ਤੁਸੀਂ ਕਿਸੇ ਕੋ ਵੀ ਪਿੰਡ 'ਚ ਪੁੱਛ ਸਕਦੇ, ਬੱਚੇ ਘਰੋਂ ਨਹੀਂ ਨਿਕਲਦੇ। ਇੰਨਾ ਡਰ ਪੈ ਗਿਆ ਬੱਚਿਆਂ ਦੇ ਮਨ ਦੇ ਵਿੱਚ, ਮਾਨਸਿਕ ਤੌਰ ਦੇ ਉੱਤੇ ਬੱਚਿਆਂ ਤੇ ਕੀ ਬੀਤੂਗੀ ਸਾਰੀ ਉਮਰ? ਉਹ ਕਿਵੇਂ, ਤੁਸੀਂ ਆਪ ਸੋਚ ਕੇ ਦੇਖੋ, ਸਾਰੀ ਉਮਰ ਬੱਚੇ ਕਿਵੇਂ ਸਰਵਾਈਵ ਕਰਨਗੇ? ਇੱਕ ਇਹ ਜਿਹੜੀ ਯਾਦ ਉਹਨਾਂ ਦੇ ਮਨ ਦੇ ਉੱਤੇ ਉਕਰੀ ਗਈ ਕਿ ਪੁਲਿਸੀਆ ਤਸ਼ੱਦਦ ਉਹਨਾਂ ਨੇ ਵੇਖ ਲਿਆ, ਅਦਾਲਤ ਦੀ ਕਾਰਵਾਈ ਉਹਨਾਂ ਨੇ ਦੇਖ ਲਈ, ਤੇ ਅੱਗੇ ਜਾ ਕੇ ਫਿਰ ਉਹ ਜੇਲ੍ਹ ਦੇ ਵਿੱਚ ਵੀ ਆਪਣੀ ਮਾਤਾ ਦੇ ਨਾਲ 30-32 ਦਿਨ ਜੇਲ੍ਹ ਦੇ ਵਿੱਚ ਕੱਟ ਕੇ ਆਉਂਦੇ ਆ। ਕਿੱਦਾਂ ਦੇ ਮਾਨਸਿਕ ਰੋਗੀ ਬਣਾ ਦਿੱਤੇ ਹੋਣਗੇ ਬੱਚੇ। ਭੈਣ ਜੀ ਦੱਸ ਰਹੇ ਨੇ ਕਿ ਬੱਚੇ ਘਰੋਂ ਬਾਹਰ ਕਿਸੇ ਕੋਲ ਖੜਦੇ ਤੱਕ ਨਹੀਂ, ਇਹਨਾਂ ਡਰ ਪਾ ਦਿੱਤਾ ਉਹਨਾਂ ਬੱਚਿਆਂ ਦੇ। ਕਿੱਦਾਂ ਦੇ ਨਾਗਰਿਕ ਬਣਾਓਗੇ ਤੁਸੀਂ ਯਾਰ ਉਹਨਾਂ ਬੱਚਿਆਂ ਨੂੰ? ਜੀ। ਤੇ ਫਿਰ ਉਸ ਟਾਈਮ ਮੈਂ ਪ੍ਰੈਗਨੈਂਟ ਸੀ, ਤੇ ਇਹਨਾਂ ਨੇ ਮੈਨੂੰ ਬਹੁਤ ਤਸ਼ੱਦਦ, ਧੱਕੇ ਮਾਰੇ, ਖਿੱਚਿਆ, ਸਾਨੂੰ ਬਹੁਤ ਧੱਕਾ ਕੀਤਾ। ਮੇਰੇ ਉੱਥੇ ਮਤਲਬ ਕਿ ਉੱਥੇ ਉਹਨਾਂ ਨੇ ਉੱਥੇ ਮਿਸਕੈਰੇਜ ਹੋ ਗਿਆ, ਸਿਰਫ ਇਹਨਾਂ ਦੀ ਧੱਕੇਸ਼ਾਹੀ ਨਾਲ। ਇਹ ਜੇਲ੍ਹ ਦੇ ਵਿੱਚ ਦੀ ਕਹਾਣੀ ਹੈ ਜੀ। ਜੇਲ੍ਹ 'ਚ ਵੀ ਪਰੇਸ਼ਾਨ ਕਰਦੇ ਸੀ ਭੈਣ ਜੀ? ਨਹੀਂ, ਜੇਲ੍ਹ 'ਚ ਤਾਂ ਨਹੀਂ ਪਰੇਸ਼ਾਨ, ਇੱਥੋਂ ਹੀ ਇਹਨਾਂ ਨੇ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਸੀ, ਇੰਨਾ ਮੈਨੂੰ ਮੈਂਟਲੀ ਟੌਰਚਰ। ਬੱਚਿਆਂ ਦੇ ਨਾਲ ਮੈਂ ਇੰਨੀ ਜ਼ਿਆਦਾ, ਜਦੋਂ 2 ਬੱਚੇ ਤੁਸੀਂ ਦੇਖੋ, ਬੱਚੇ ਹਰ ਵੇਲੇ ਰੋਂਦੇ ਸੀ, ਕਹਿੰਦੇ ਸੀ ਪਾਪਾ ਕਿੱਥੇ ਆ, ਮੰਮਾ ਆਪਾਂ ਕਿੱਥੇ ਆ ਗਏ, ਆਪਾਂ ਕਿਉਂ ਆਏ, ਆਪਾਂ ਕੀ ਕੀਤਾ ਏਦਾਂ ਦਾ, ਸਾਨੂੰ ਕਿਉਂ ਲੈ ਕੇ ਆ ਗਏ, ਅਸੀਂ ਕੀ ਕਰਤਾ ਏਦਾਂ ਦਾ। ਮਤਲਬ ਕਿ ਉਹ ਟਾਈਮ ਜੇ ਤੁਸੀਂ ਸੋਚੋ, ਮਤਲਬ ਕਿ ਮੇਰੇ ਲਈ ਤਾਂ ਉਹ ਏਦਾਂ ਦਾ ਟਾਈਮ ਸੀ ਕਿ ਮੈਂ ਚਾਹੁੰਦੀ ਸੀ ਵੀ ਮੈਨੂੰ ਕੋਈ ਜ਼ਹਿਰ ਦੇ ਦੇਵੇ, ਮੈਂ ਮਰ ਜਾਵਾਂ, ਪਰ ਅਸੀਂ ਉਹਨਾਂ ਨੂੰ ਇੱਥੋਂ ਕੋਈ ਕੱਢ ਲਵੇ। ਜਿਹੜਾ ਜੇਲ੍ਹ ਦੇ ਵਿੱਚ ਬੱਚੇ ਕਿਵੇਂ ਰਹੇ? ਬੱਚਿਆਂ ਦੇ ਉੱਤੇ ਬਹੁਤ ਬੁਰਾ ਅਸਰ ਪਿਆ ਹੋਵੇਗਾ ਜੇਲ੍ਹ ਦੇ ਵਿੱਚ। ਕੀ ਸਵਾਲ ਹੁੰਦੇ ਸੀ ਛੋਟੇ ਬੱਚਿਆਂ ਦੇ ਵਿਚਾਰਿਆਂ ਦੇ? ਜੇਲ੍ਹ 'ਚ ਤੁਹਾਨੂੰ ਪਤਾ ਕਿੱਦਾਂ ਦਾ ਮਾਹੌਲ ਹੁੰਦਾ, ਲੇਡੀਜ਼ ਮਤਲਬ ਠੀਕ ਆ, ਜੋ ਵੀ ਕੋਈ ਕਿਸੇ ਦਾ ਕੋਈ ਕ੍ਰਾਈਮ ਹੁੰਦਾ, ਕਿਸੇ ਦਾ ਕਿੱਦਾਂ ਦਾ ਕ੍ਰਾਈਮ ਹੁੰਦਾ, ਹਰ ਤਰ੍ਹਾਂ ਦੀ ਕਿਸੇ ਦੀ ਹਿਸਟਰੀ ਹੁੰਦੀ ਆ। ਮਤਲਬ ਕਿ ਬੱਚੇ ਉੱਥੇ, ਤੁਸੀਂ ਯਕੀਨ ਕਰੋਗੇ 24 ਘੰਟਿਆਂ 'ਚ ਕੋਈ ਇੱਕ ਅੱਧਾ ਮਿੰਟ ਹੁੰਦਾ ਹੋਊਗਾ ਜਦੋਂ ਬੱਚੇ ਚੁੱਪ ਕਰਦੇ ਸੀ। ਸਾਰਾ ਦਿਨ ਬੱਚੇ ਰੋਂਦੇ ਸੀ, ਰਾਤ ਨੂੰ ਵੀ ਬੱਚੇ ਰੋਂਦੇ ਸੀ। ਮਤਲਬ ਬੱਚੇ ਏਦਾਂ ਕਰਦੇ ਸੀ, ਹਾਏ ਮੰਮਾ ਕਿੱਥੇ ਆ, ਹਾਏ ਮੰਮਾ ਲੌਕ ਕਿਉਂ ਲਾਤਾ, ਹਾਏ ਮੰਮਾ ਸਾਨੂੰ ਬਾਹਰ ਕਿਉਂ ਨਹੀਂ ਕੱਢਦੇ ਪਏ, ਹਾਏ ਮੰਮਾ ਕੀ ਹੋ ਗਿਆ, ਰੋਂਦੇ ਸੀ। ਕਦੀ ਮੇਰੇ ਸੋਚ ਕੇ ਦੇਖੋ ਯਾਰ, ਮੈਂ ਕਲਪਨਾ ਕਰ ਰਿਹਾ ਨਾ ਹੁਣ, ਜਦੋਂ ਅਵਲਪ੍ਰੀਤ ਭੈਣ ਨੇ ਮੈਨੂੰ ਦੱਸਿਆ ਕਿ ਕੈਸੀ ਕਲਪਨਾ ਹੋਏਗੀ ਜਦੋਂ ਸ਼ਾਮ ਨੂੰ ਜਾਂ ਦੁਪਹਿਰੇ ਹਾਤਾਬੰਦੀ ਹੋ ਜਾਂਦੀ ਹੈ, ਜਦੋਂ ਤਾਲਾਬੰਦੀ ਹੋ ਜਾਂਦੀ ਹੈ, ਜਾਂ ਸਮੇਂ ਦੇ ਵਿੱਚ ਕੁਝ ਉਹਨਾਂ ਨੂੰ ਰੈਸਟ ਦਾ ਸਮਾਂ ਦਿੰਦੇ ਆ ਕਿ ਚਲੋ ਬਾਹਰ ਖੇਡ ਲਓ, ਤੁਸੀਂ ਬਰਾਂਡੇ ਦੇ ਵਿੱਚ ਚਲੇ ਜਾਓ ਜਾਂ ਤੁਸੀਂ ਵਿਹੜੇ ਦੇ ਵਿੱਚ ਚਲੇ ਜਾਓ। ਬੱਚੇ ਕੀ ਸੋਚ ਰਹੇ ਹੋਣਗੇ ਜਦੋਂ ਤਾਲਾ ਲਾਇਆ ਜਾਂਦਾ ਹੋਊਗਾ, ਉਹਦੀ ਅਰਲ ਲਾ ਕੇ ਤੇ ਤਾਲਾ ਲਾ ਕੇ ਤੇ ਸਲਾਖਾਂ ਦੇ ਪਿੱਛੇ ਬੱਚੇ ਹੋਣਗੇ, ਕੀ ਸੋਚਦੇ ਹੋਣਗੇ ਉਹ ਬੱਚੇ? ਮੇਰੀ ਰੂਹ ਕੰਬ ਗਈ ਇਹ ਇੰਨੀ ਕੁ ਗੱਲ ਸੁਣ ਕੇ ਭੈਣ ਜੀ। ਤੇ ਬੱਚੇ ਪੁੱਛਦੇ ਆ ਸਾਨੂੰ ਤਾਲਾ ਕਿਉਂ ਲਾਇਆ ਜਾ ਰਿਹਾ? ਇਹ ਤਾਲਾਬੰਦੀ ਤੁਸੀਂ ਹੱਕ ਮੰਗਦੇ ਲੋਕਾਂ ਦੀ, ਕੋਈ ਬਾਲਗ ਹੋਵੇ ਮੈਂ ਮੰਨ ਸਕਦਾ, ਇਹ ਆਪਣੇ ਭਾਈਆਂ ਦੀ, ਆਪਣੇ ਮਾਤਾ ਪਿਤਾ ਦੀ ਮਦਦ ਕਰਦੇ ਸੀ ਭੈਣ ਜੀ ਹੋਰੀ, ਇਹਨਾਂ ਦੇ ਪਤੀ ਮੰਨ ਲਿਆ, ਉਹਨਾਂ ਬੱਚਿਆਂ ਦਾ ਕੀ ਕਸੂਰ? ਉਸ ਬੱਚੇ ਦਾ ਕੀ ਕਸੂਰ ਜਿਹੜੇ ਬੱਚੇ ਨੇ ਹਜੇ ਜ਼ਮਾਨਾ ਵੇਖਣਾ ਸੀ, ਜਿਹੜਾ ਭੈਣ ਜੀ ਦੇ ਪੇਟ ਦੇ ਵਿੱਚ ਸੀ, ਤੇ ਪੁਲਸੀਆ ਧੱਕੇਸ਼ਾਹੀ ਕਰਕੇ ਕਿਸੇ ਇੱਕ ਵੱਡੇ ਕਾਰਪੋਰੇਟ ਦੇ ਪੁਲਸੀਆ ਧੱਕੇਸ਼ਾਹੀ ਕਰਕੇ ਉਹ ਬੱਚਾ ਇਸ ਜਹਾਨ ਦੇ ਵਿੱਚ ਆਉਣੋਂ ਖੁੰਝ ਗਿਆ, ਮਿਸਕੈਰੇਜ ਹੋ ਗਈ। ਜੀ ਭੈਣ ਜੀ, ਮੈਨੂੰ ਬੱਚਿਆਂ ਵਾਲਾ ਹੀ ਦੱਸੋ ਸਾਰਾ। ਬੱਚਿਆਂ ਤੇ ਬਹੁਤ ਤਸ਼ੱਦਦ ਹੋਈ ਆ, ਇਹ ਤਾਂ ਮੈਂ ਹੀ ਜਾਣਦੀ ਆ। ਪਹਿਲਾਂ ਮੇਰੇ ਭੈਣ ਭਰਾਵਾਂ ਤੇ, ਉਹ ਵੀ ਕਿਸੇ ਮਾਂ ਦੇ ਬੱਚੇ ਸੀ, ਫਿਰ ਮੇਰੀ ਮਾਂ ਤੇ, ਉਹ ਕੈਂਸਰ ਦੀ ਮਰੀਜ਼ ਸੀ, ਹੈਨਾ, ਇਹਨਾਂ ਨੇ ਉਹ ਵੀ ਨਹੀਂ ਦੇਖਿਆ, ਉਹ ਵੀ ਸਾਨੂੰ ਛੱਡ ਕੇ ਚਲੀ ਗਈ। ਫਿਰ ਮੇਰੇ ਬੱਚਿਆਂ ਤੇ, ਮਤਲਬ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਸਾਡੇ ਨਾਲ ਕੀ ਹੋਇਆ, ਹਨਾ। ਮੈਨੂੰ ਪਤਾ ਲੱਗਿਆ ਕਿ ਤੁਹਾਡੇ ਮੰਮੀ ਕੈਂਸਰ ਪੇਸ਼ੈਂਟ ਸੀ, ਜਦੋਂ ਉਹਨਾਂ ਨੂੰ ਅਦਾਲਤ ਤੋਂ ਜੇਲ੍ਹ ਜਾਣਾ ਸੀਗਾ ਤਾਂ ਮੈਡੀਕਲ ਹੁੰਦਾ, ਉਹਨਾਂ ਦਾ ਕਹਿੰਦੇ ਮੈਡੀਕਲ ਵੀ ਨਹੀਂ ਕਰਾਇਆ ਗਿਆ। ਨਹੀਂ ਕਰਵਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀ, ਉਹਨਾਂ ਨੂੰ ਦੱਸਿਆ ਸੀ ਕਿ ਇਹ ਪੇਸ਼ੈਂਟ, ਇਹਨਾਂ ਨੂੰ ਨਾ ਤੰਗ ਕਰੋ, ਇਹਨਾਂ ਨੂੰ ਨਾ ਤੰਗ ਕਰੋ। ਨਹੀਂ, ਉਹਨਾਂ ਨੇ ਨਹੀਂ ਕਰਵਾਇਆ, ਨਾ ਡਾਕਟਰ ਕੋਲ ਗਏ, ਨਾ ਕਿ ਮਤਲਬ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਿੱਛੇ ਖੜਨਾ ਕਿੰਨੇ ਆ, ਇਹਨਾਂ ਦੇ ਪਿੱਛੇ ਇਹ ਮਾਤੜ ਬੰਦੇ ਆ, ਇਹਨਾਂ ਨੂੰ ਕਿਹਨੇ ਪੁੱਛਣਾ ਆ, ਕਰੋ ਅੰਦਰ ਜੋ ਮਰਜ਼ੀ ਤਸ਼ੱਦਦ ਕਰੋ ਇਹਨਾਂ ਤੇ। ਜੋ ਹੁੰਦਾ ਰਿਹਾ ਅੱਜ ਤੱਕ ਸਾਡੇ ਸਿੱਖਾਂ ਨਾਲ ਜੋ ਹੁੰਦਾ ਰਿਹਾ, ਉਹੀ ਕਹਾਣੀ ਰਿਪੀਟ ਹੋਈ ਆ, ਸਾਨੂੰ ਛੋਟੇ ਛੋਟੇ ਬੱਚਿਆਂ ਨਾਲ ਹੋਇਆ, ਤੇ ਜਿਹਨੇ ਹਾਲੇ ਦੁਨੀਆ ਵੀ ਨਹੀਂ ਸੀ ਦੇਖੀ ਉਹਨਾਂ ਵੀ ਹੋਇਆ, ਸਭ ਨਾਲ ਹੋਇਆ। ਮਤਲਬ ਬੱਚੇ ਜਦੋਂ ਅੰਦਰ ਹੁੰਦੇ ਸੀ, ਬੱਚੇ ਕਹਿੰਦੇ ਇੰਨਾ ਰੋਂਦੇ ਸੀ, ਅਸੀਂ ਪਾਪਾ ਨੂੰ ਮਿਲਣਾ, ਅਸੀਂ ਪਾਪਾ ਕੋਲ ਜਾਣਾ, ਕਿਉਂਕਿ ਗੁੜੀਆ ਬਹੁਤ ਛੋਟੀ ਸੀ। ਉਹ ਕਹਿੰਦੀ ਸੀ ਮੈਂ ਬਾਹਰ ਜਾਣਾ, ਮੰਮਾ ਮੈਂ ਬਾਹਰ ਜਾਣਾ, ਮੈਂ ਪਾਪਾ ਕੋਲ ਜਾਣਾ। ਆਪਾਂ ਲੌਕ ਕਿਉਂ ਕੀਤਾ, ਰੀਜ਼ਨ ਪੁੱਛਦੇ ਸੀ। ਬੱਚਿਆਂ ਦੇ ਸਕੂਲ ਸਾਰੇ ਪਤਾ ਲੱਗ ਗਿਆ ਸੀ, ਹਨਾ। ਜਦੋਂ ਬੱਚੇ ਘਰ ਆਏ ਉਸ ਜ਼ਮਾਨਤ ਤੋਂ ਬਾਅਦ,
ਉਦੋਂ ਵੀ ਬੱਚਿਆਂ ਨੂੰ ਇੰਨੀ ਕੁ ਜ਼ਿਆਦਾ ਮੈਂਟਲੀ ਸਟ੍ਰੈਸ ਸੀਗੇ ਬੱਚੇ, ਸਾਰੇ ਸਕੂਲ ਦੇ ਬੱਚੇ ਉਹਨਾਂ ਨੂੰ ਪੁੱਛਦੇ ਤੁਸੀਂ ਕਿੱਥੇ ਗਏ ਸੀ, ਤੁਸੀਂ ਜੇਲ੍ਹ ਗਏ ਸੀ, ਤੁਸੀਂ ਕਿਉਂ ਗਏ ਸੀ, ਤੁਸੀਂ ਕੋਈ ਚੋਰੀ ਕੀਤੀ ਸੀ, ਤੁਹਾਡੇ ਪਾਪਾ ਨੇ ਕੋਈ ਗਲਤ ਕੰਮ ਕੀਤਾ ਸੀ, ਤੁਸੀਂ ਕੋਈ ਗਲਤ ਕੰਮ ਕੀਤਾ ਸੀ। ਜੈਸਮੀਨ, ਸਹਿਜਵੀਰ, ਮਤਲਬ ਕਿ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਕਿੱਦਾਂ ਦਾ ਉਸ ਟਾਈਮ ਮੇਰੇ ਬੱਚਿਆਂ ਨੇ ਤੁਸੀਂ ਟਾਈਮ ਹੰਡਾਇਆ। ਬਹੁਤ ਔਖਾ ਟਾਈਮ ਸੀਗਾ, ਬਹੁਤ ਜ਼ਿਆਦਾ। ਮੈਂ ਤਾਂ ਸੋਚ ਕੇ ਵੀ ਮੈਨੂੰ ਉਹ ਟਾਈਮ ਕੰਬਣੀ ਆਉਂਦੀ ਕਿ ਕੋਈ ਇੰਨਾ ਵੀ ਨਿਰਦਈ ਕਿੱਦਾਂ ਹੋ ਸਕਦਾ ਹੈ। ਤੁਸੀਂ ਕੁਝ ਵੀ ਕਰਨਾ ਸੀ, ਕਮ ਸੇ ਕਮ ਜੇ ਕਰਦੇ, ਚਲੋ ਮੈਂ ਕਹਿੰਨੀ ਆ ਠੀਕ ਆ, ਤੁਸੀਂ ਗਲਤ ਕਾਰਵਾਈ, ਝੂਠੀ ਕਾਰਵਾਈ ਵੀ ਕਰਨੀ ਸੀ, ਚਲੋ ਮੈਨੂੰ ਛੱਡ ਦਿੰਦੇ, ਮੇਰੇ ਬੱਚਿਆਂ ਨੂੰ, ਮੇਰੀ ਮਾਂ ਨੂੰ ਛੱਡ ਦਿੰਦੇ। ਜਿਹੜੇ ਝੱਲ ਸਕਦੇ ਸੀ ਬੰਦੇ ਉਹਨਾਂ ਤੇ ਕਰ ਲੈਂਦੇ, ਉਹ ਝੱਲ ਲੈਂਦੇ। ਛੋਟੇ ਛੋਟੇ ਬੱਚੇ ਜਿਹੜੇ ਝੱਲ ਨਹੀਂ ਸਕਦੇ, ਮੈਂ ਮਿੰਨਤਾਂ ਵੀ ਕੀਤੀਆਂ, ਮੈਂ ਇੰਨੀ ਫੋਰਸ, ਮੈਂ ਮਿੰਨਤਾਂ ਵੀ ਕੀਤੀਆਂ ਕਿ ਹਾਏ ਤੁਹਾਡੇ ਵੀ ਬੱਚੇ ਹੋਣੇ ਆ, ਹਾਏ ਬੱਚਿਆਂ ਨੂੰ ਛੱਡ ਦੋ, ਤੁਹਾਡੇ ਵੀ ਬੱਚੇ ਹੋਣੇ, ਇਹ ਬਹੁਤ ਛੋਟੇ ਆ, ਇਹਨਾਂ ਨੂੰ ਸਹੀ ਗਲਤ ਇਹਨਾਂ ਨੂੰ ਕੁਝ ਨਹੀਂ ਪਤਾ। ਤੁਸੀਂ ਅਫਸਰਾਂ ਨੂੰ ਕਹੀ ਇਹ ਗੱਲ ਭੈਣ ਜੀ ਜਦੋਂ ਤੁਹਾਡੇ ਤੇ ਕਾਰਵਾਈ ਹੋ ਰਹੀ ਸੀ ਕਿ ਭਾਈ ਤੁਹਾਡੇ ਵੀ ਬੱਚੇ ਹੋਣਗੇ ਘਰੇ? ਸਭ ਨੂੰ ਕਹੀ, ਮੈਂ ਕਿਹਾ ਤੁਹਾਡੇ ਵੀ ਬੱਚੇ ਹੋਣੇ ਘਰ, ਵੀ ਐਦਾਂ ਇੰਨਾ ਤਸ਼ੱਦਦ ਕਰਨਾ ਸਹੀ ਨਹੀਂ ਆ ਕਿ ਬੱਚਿਆਂ ਨੂੰ ਕੁਝ ਹੋ ਨਾ ਜਾਵੇ। ਮੇਰੇ ਤਾਂ ਇਹੀ ਡਰ ਸੀ ਕਿ ਬੱਚੇ, ਮੈਨੂੰ ਲੱਗਦਾ ਸੀ ਜਦੋਂ ਮੈਂ ਜੇਲ੍ਹ 'ਚ ਵੀ ਸੀ ਕਿ ਮੇਰੇ ਬੱਚਿਆਂ ਨੂੰ ਮੈਂਟਲੀ ਸਟ੍ਰੈਸ, ਪਤਾ ਨਹੀਂ ਇਹਨਾਂ ਨੇ ਇਸ ਚੀਜ਼ 'ਚੋਂ ਬਾਹਰ ਆਉਣਾ ਕਦੀ ਕਿ ਨਹੀਂ ਆਉਣਾ, ਹਨਾ। ਹੁਣ ਜੇ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਆਪਣੇ ਨਾਨਕੇ ਜਾਣਾ ਆ, ਆਪਣੇ ਮਾਮਾ ਜੀ ਦੇ ਘਰ ਜਾਣਾ ਆ, ਜਾਂ ਤੁਸੀਂ ਇੱਥੇ ਜਾਣਾ, ਮਾਮਾ ਜੀ ਕੋ ਜਾਣਾ, ਝੇੜੂ ਜਾਣਾ, ਉਹ ਕਹਿੰਦੇ ਅਸੀਂ ਨਹੀਂ ਜਾਣਾ। ਇੰਨਾ ਅਸਰ ਪੈ ਗਿਆ, ਉਹਨਾਂ 'ਚ ਡਰ ਪੈ ਗਿਆ ਆ। ਉਹ ਕਹਿੰਦੇ ਅਸੀਂ ਨਹੀਂ ਜਾਣਾ, ਉੱਥੇ ਸਾਨੂੰ ਪੁਲਿਸ ਨੇ ਪਕੜ ਲੈਣਾ ਆ, ਉੱਥੇ ਸਾਨੂੰ ਜੇਲ੍ਹ 'ਚ ਪਾ ਦੇਣਾ ਆ, ਉਹਨਾਂ ਨੇ ਕਹਿਣਾ ਤੁਸੀਂ ਕ੍ਰਿਮੀਨਲ ਆ। ਬੱਚੇ ਏਦਾਂ ਕਰਦੇ ਪਏ, ਕੀ ਕਰ ਸਕਦੇ ਆ। ਬੱਚਿਆਂ ਦੇ ਮਨ ਦੇ ਵਿੱਚ ਕੈਸਾ ਖੌਫ ਪੈ ਗਿਆ, ਔਰ ਜ਼ਮਾਨੇ ਦਾ ਮੂੰਹ ਤੁਸੀਂ ਕਿਵੇਂ ਫੜੋਗੇ? ਬੱਚਿਆਂ ਨੂੰ ਜਦੋਂ ਬਰਾਬਰ ਦੇ ਬੱਚੇ ਪੁੱਛਦੇ ਆ ਕਿ ਤੁਹਾਡੇ ਪਾਪਾ ਨੇ ਕੋਈ ਬੁਰਾ ਕੰਮ ਕੀਤਾ ਸੀ, ਤੁਸੀਂ ਚੋਰੀ ਕੀਤੀ ਸੀ, ਤੁਸੀਂ ਜੇਲ੍ਹ ਕਿਉਂ ਗਏ, ਤੁਸੀਂ ਕ੍ਰਿਮੀਨਲ ਸੀ, ਇਹ ਸਵਾਲੀਆ ਨਿਸ਼ਾਨਾਂ ਦੇ ਕੀ ਉੱਤਰ ਦੇਣ ਉਹ ਬੱਚੇ? ਦੂਜੀ ਗੱਲ, ਜਿੱਦਾਂ ਭੈਣ ਜੀ ਨੇ ਦੱਸਿਆ ਕਿ ਜੇ ਬੱਚਿਆਂ ਨੂੰ ਹੁਣ ਕਹੀਏ ਕਿ ਨਾਨਕੇ ਚੱਲੀਏ, ਤੇ ਨਾਨਕੇ ਜਾਣ ਦੇ ਨਾਂ ਤੋਂ ਡਰ ਲੱਗਦਾ ਬੱਚਿਆਂ ਨੂੰ। ਹਾਲਾਂਕਿ ਨਾਨਕੇ ਨਾਮ ਦੇ ਉੱਤੇ ਉੱਥੇ ਹੁਣ ਇਹਨਾਂ ਦੀ ਇੱਕ ਇੱਟ ਵੀ ਨਹੀਂ ਰਹਿ ਗਈ ਹੈ, ਸਾਰਾ ਕੁਝ ਪੱਧਰਾ ਕਰ ਦਿੱਤਾ ਗਿਆ। ਇਹਨਾਂ ਦਾ ਪਲਾਟ ਵੀ, ਇਹਨਾਂ ਦਾ ਮਕਾਨ ਵੀ, ਸਭ ਕੁਝ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਰੰਟ ਦੇ ਜਿਹੜੇ ਪਹਿਲੇ 2 ਗੇਟ ਨੇ ਉਹਨਾਂ ਦੇ ਵਿਚਾਲੇ ਆ ਕੇ ਪਿਸ ਚੁੱਕੇ ਆ। ਇਹਨਾਂ ਦਾ, ਅਵਲਪ੍ਰੀਤ ਹੋਰਾਂ ਦਾ, ਨਵਦੀਪ ਹੋਰਾਂ ਦਾ, ਬਾਈ ਮਨਜੀਤ ਹੋਰਾਂ ਦਾ, ਉਹ ਸੁਪਨਿਆਂ ਦਾ ਜਿਹੜਾ ਪੁਰਾਣਾ ਘਰ ਸੀ। ਨਵਦੀਪ, ਮੈਂ ਤੁਹਾਡੇ ਵੱਲ ਦੁਬਾਰਾ ਪਰਤਦਾ। ਨਵਦੀਪ ਵੱਲ ਆਉਣ ਤੋਂ ਪਹਿਲਾਂ ਦਿਖਾ ਦੇਵਾਂ ਜੀ, ਜੇ ਤੁਸੀਂ ਕਹੋ ਕਿ ਕੋਈ ਗੱਲ ਬਿਨਾਂ ਤੱਥ ਦੇ ਆਧਾਰ ਤੇ ਕਰ ਰਹੇ ਆ, ਇਹ ਉਹ ਰਿਪੋਰਟ ਹੈ। ਇੱਕ ਦੇ ਵਿੱਚ ਸਹਿਜਵੀਰ ਦਾ ਨਾਮ ਲਿਖਿਆ ਹੋਇਆ ਹੈ, ਜ਼ਮਾਨਤ ਸੰਬੰਧੀ ਜਿਹੜੀ ਗੱਲਬਾਤ ਹੈ, ਨਹੀਂ ਜਦੋਂ ਸਪੁਰਦਾਰੀ ਹੋ ਰਹੀ ਹੈ, ਜਦੋਂ ਅਦਾਲਤ ਤੋਂ ਇਹ ਜੇਲ੍ਹ ਦੇ ਵਿੱਚ ਜਾਂਦੇ ਨੇ। ਦੂਜਾ ਇਹਨਾਂ ਦੀ ਬੇਟੀ ਜੈਸਮੀਨ ਕੌਰ ਦਾ ਹੈ, ਇਹਨਾਂ ਦੇ ਉੱਤੇ ਬਾਈ ਨਾਮ ਲਿਖਿਆ ਹੋਇਆ, ਮਦਰ ਦਾ ਨਾਮ ਲਿਖਿਆ, ਪਿਤਾ ਦਾ ਨਾਮ ਲਿਖਿਆ ਹੋਇਆ। ਕੌਣ ਖੜਿਆ ਅੱਜ ਤੱਕ ਨਾਲ, ਕੌਣ ਨਹੀਂ ਖੜਿਆ ਹੈਗਾ, ਕਿਹਨੇ ਮਦਦ ਦੀ ਗੱਲ ਕੀਤੀ, ਕਿਹਨੇ ਇਨਸਾਫ ਦੀ ਗੱਲ ਕੀਤੀ, ਜਾਂ ਫਿਰ ਸਾਰੇ ਹੀ ਵੱਡੇ ਕਾਰਪੋਰੇਟਾਂ ਦੇ ਪ੍ਰਭਾਵ ਹੇਠ ਆ ਕੇ ਪੈਰ ਪਿੱਛੇ ਖਿੱਚ ਗਏ? ਜੀ ਸਰ, ਮੈਂ ਇਹੀ ਕਹੂੰਗਾ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੇ ਸਾਨੂੰ ਦੇਸ਼, ਕੌਮ ਤੇ ਧਰਮ ਲਈ ਆਪਣਾ ਆਪਾ ਵਾਰਨਾ ਸਿਖਾਇਆ, ਜਿੰਦ ਜਾਨ ਕੁਰਬਾਨ ਦੇਸ਼ ਤੋਂ ਕਰਨੀ ਸਿਖਾਈ, ਤੇ ਸਾਨੂੰ ਹੱਕ ਤੇ ਸੱਚ ਦੀ ਲੜਾਈ ਵੀ ਲੜਨੀ ਸਿਖਾਈ ਆ। ਇਹ ਲੜਾਈ ਸਾਡੀ ਹੱਕ ਤੇ ਸੱਚ ਦੀ ਹੈ ਜੀ, ਇਹ ਲੜਾਈ ਭਾਈ ਸਾਹਿਬ ਸਾਡੀ ਹੋਂਦ ਦੀ ਆ, ਕਿਉਂਕਿ ਇਹ ਜ਼ਮੀਨ ਜਿਹੜੀ ਆ ਇਹ ਸਿੱਖਾਂ ਨੂੰ ਗੁਰੂ ਸਾਹਿਬ ਤੋਂ ਹੀ ਮਿਲੀ ਆ, ਬਾਬਾ ਬੰਦਾ ਸਿੰਘ ਬਹਾਦਰ ਨੇ ਦਵਾਈ ਆ। ਸੋ ਸਾਡੀ ਹੋਂਦ ਦੀ ਲੜਾਈ ਆ ਜੀ। ਇਸ ਹੋਂਦ ਦੀ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ, ਕੁਝ ਕਿਸਾਨ ਜਥੇਬੰਦੀਆਂ, ਸਤਕਾਰ ਕਮੇਟੀ ਦੇ ਸਰਪ੍ਰਸਤ ਭਾਈ ਸੁਖਜੀਤ ਸਿੰਘ ਜੀ ਖੋਸਾ, ਬਸ ਇਹਨਾਂ ਨੇ ਹੀ ਸਾਡਾ ਜਿੰਨਾ ਵੀ ਸਹਿਯੋਗ ਕੀਤਾ। ਪੋਲੀਟੀਕਲ ਲੋਕ ਵੀ ਤੁਹਾਡੇ ਹੱਕ ਦੇ ਵਿੱਚ ਆਏ ਨੇ, ਬਹੁਤ ਆਵਾਜ਼ਾਂ ਚੁੱਕੀਆਂ ਨੇ, ਜਿੱਦਾਂ ਸੁਖਪਾਲ ਸਿੰਘ ਖਹਿਰਾ ਜਾਂ ਸਿਮਰਨਜੀਤ ਸਿੰਘ ਮਾਨ ਹੋਰੀ, ਤੁਸੀਂ ਕਹਿ ਰਹੇ ਕਿ ਆ ਕੇ ਗਏ ਨੇ? ਜੀ ਸਰ, ਕੁਛ ਮਤਲਬ ਜਿੱਦਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਜੀ ਮਾਨ ਜੀ, ਇਹਨਾਂ ਨੇ ਸਾਡੀ ਸਪੋਰਟ ਕੀਤੀ ਆ। ਤੇ ਅਸਲ ਦੇ ਵਿੱਚ ਸਰ ਮੇਰਾ ਮੰਨਣਾ ਆ ਕਿ ਇਹ ਜਿਹੜਾ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਬਣਿਆ ਜਾਂ ਰਮੇਸ਼ ਮਿੱਤਲ ਜਾਂ ਮਿੱਤਲ ਅੰਪਾਇਰ ਆ, ਇਹ ਕੋਈ ਭਲਾ ਕਰਨ ਲਈ ਨਹੀਂ ਬਣਿਆ ਜੀ। ਇਹ ਜਿਹੜੇ ਇਹਨੇ ਸਾਡੀ ਜ਼ਮੀਨ ਦੱਬੀ ਆ, ਹੋਰ ਪਤਾ ਨਹੀਂ ਕਿੰਨੇ ਪਰਿਵਾਰਾਂ ਦੀ ਦੱਬੀ ਆ ਤੇ ਕਿੰਨੀਆਂ ਪੰਚਾਇਤੀ ਜ਼ਮੀਨਾਂ ਦੱਬੀਆਂ, ਉਹਨਾਂ ਨੂੰ ਦੱਬਣ ਲਈ 1000 ਏਕੜ ਦੇ ਵਿੱਚ ਇਹਦੀ ਯੂਨੀਵਰਸਿਟੀ ਆ, ਉਹਦਾ ਕੋਈ ਰੌਲਾ ਨਾ ਪਵੇ, ਕੋਈ ਸਰਕਾਰ ਇਹਨਾਂ ਨੂੰ ਪੁੱਛੇ ਨਾ, ਜਿੱਦਾਂ ਕਿ ਹਰੇਕ ਤੇ ਕਾਰਵਾਈ ਇਸ ਟਾਈਮ ਤੇ ਹੋ ਰਹੀ ਆ, ਇਹਨਾਂ ਤੇ ਨਾ ਹੋਵੇ, ਇਸ ਲਈ ਇਹ ਰਾਜ ਸਭਾ ਮੈਂਬਰ ਬਣਿਆ।
ਹੋਰ ਕਿਸੇ ਗੱਲ ਲਈ ਨਹੀਂ ਬਣਿਆ। ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਜੀ ਇਹਦਾ ਕੋਈ ਨਾ ਕੋਈ ਆਪਣਾ ਮੈਡੀਕਲ ਅਦਾਰਾ ਹੋਊਗਾ, ਮੈਡੀਕਲ ਰਿਸਰਚ ਸੈਂਟਰ ਹੋਊਗਾ। ਇਹ ਬੰਦੇ ਪੰਜਾਬ ਅਤੈਸ਼ੀ ਬਿਲਕੁਲ ਨਹੀਂ ਹੈਗੇ। ਸਾਡੀ ਹੋਂਦ ਦੀ ਲੜਾਈ ਆ ਜੀ। ਜੇ ਅਸੀਂ ਆਪਣੀ ਹੋਂਦ ਹੀ ਛੱਡ ਦਿੱਤੀ ਕਿ ਇਹ ਸਾਡੀ ਜ਼ਮੀਨ ਆ, ਸਾਡੀ ਜੱਦੀ ਪੁਸ਼ਤੀ ਜ਼ਮੀਨ ਆ, ਅਸੀਂ ਜ਼ਿਮੀਂਦਾਰ ਵਿਰਸੇ ਦੇ ਨਾਲ, ਇਸ ਕਿੱਤੇ ਦੇ ਨਾਲ ਸੰਬੰਧਿਤ ਆ, ਜੇ ਅਸੀਂ ਇਹੀ ਭੁੱਲ ਗਏ ਤੇ ਫਿਰ ਅਸੀਂ ਕਾਹਦੇ ਜ਼ਿਮੀਂਦਾਰ ਆ? ਜੇ ਇੱਕ ਜੱਟ ਦੀ ਜ਼ਮੀਨ ਹੀ ਚਲੇ ਗਈ ਤੇ ਫਿਰ ਉਹ ਕਾਹਦਾ ਜੱਟ ਆ ਜੀ? ਮੇਰੀ ਗੱਲ ਨੂੰ ਤੁਸੀਂ ਸਮਝੋ ਸਰ, ਇਹ ਸਾਡੀ ਹੋਂਦ ਦੀ ਲੜਾਈ ਆ। ਤੇ ਮੈਂ ਸਭ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ, ਕਿਸਾਨ ਜਥੇਬੰਦੀਆਂ ਨੂੰ, ਸਿੱਖ ਜਥੇਬੰਦੀਆਂ ਨੂੰ, ਪੇਪਰ ਮੀਡੀਆ, ਪ੍ਰਿੰਟ ਮੀਡੀਆ, ਜਿਤਨਾ ਵੀ ਮਤਲਬ ਮੀਡੀਆ ਦੀ ਆਵਾਜ਼ ਆ, ਤੁਹਾਡੇ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ। ਕਿਉਂਕਿ ਅਸੀਂ ਨਿਮਾਣੇ ਜੇ ਗਰੀਬ ਜੇ ਬੰਦੇ ਆ। ਜੋ ਸਾਡੇ ਮਾੜੇ ਮੋਟੇ ਬਿਜ਼ਨਸ ਸੀ ਉਹ ਵੀ ਸਾਡੇ ਲਵਲੀ ਵਾਲਿਆਂ ਨੇ ਬੰਦ ਕਰਵਾ ਦਿੱਤੇ ਆ ਤੇ ਬਹੁਤ ਵੱਡਾ ਕਾਰਪੋਰੇਟਰ ਘਰਾਣਾ ਆ ਤੇ ਇਹਨਾਂ ਦੀ ਸਰਕਾਰ ਦੇ ਨਾਲ ਸਾਂਝਗਾਠ ਆ। ਸੋ ਸਾਡੀ ਤਾਂ ਬਸ ਸਤਿਗੁਰੂ ਸੱਚੇ ਪਾਤਸ਼ਾਹ ਜਾਂ ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਇਹਨਾਂ ਅੱਗੇ ਅਰਦਾਸ ਬੇਨਤੀ ਆ ਜੀ। ਅਸੀਂ ਤਾਂ ਵੱਧ ਤੋਂ ਵੱਧ ਮਤਲਬ ਜਿਤਨਾ ਤੁਸੀਂ ਕਹੋ, ਮਤਲਬ ਪਤਾ ਨਹੀਂ ਕਿਤਨੇ ਪ੍ਰਕਾਰ ਦੇ ਇਹਨਾਂ ਨੇ ਮੇਰੇ ਤੇ ਪਰਚੇ ਕਰਵਾ ਦਿੱਤੇ ਆ ਤੇ ਹੁਣ ਇਹਨਾਂ ਨੇ ਕਹਿ ਦਿੱਤਾ ਆ ਵੀ ਹੁਣ ਐਂਡ ਤੇ ਅਸੀਂ ਤੁਹਾਡਾ ਪੱਕਾ ਇਲਾਜ ਕਰਾਂਗੇ। ਸੋ ਸਾਨੂੰ ਨਹੀਂ ਕੁਝ ਵੀ ਪਤਾ ਲੱਗ ਰਿਹਾ ਵੀ ਅਸੀਂ ਕੀ ਕਰੀਏ ਜੀ। ਬੜੀ ਦੁਵਿਧਾ। ਪੱਕੇ ਇਲਾਜ ਤੋਂ ਭਾਵ ਪੰਜਾਬੀ ਦਾ ਜਿਹੜਾ ਇਹ ਇੱਕ ਵਾਕ ਹੈ ਕਿ ਹੁਣ ਤੁਹਾਡਾ ਪੱਕਾ ਇਲਾਜ ਕੀਤਾ ਜਾਏਗਾ, ਇਸ ਤੋਂ ਭਾਵ ਅਰਥ ਤੁਸੀਂ ਆਪ ਲਾ ਲਓ, ਮੈਨੂੰ ਉਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਜਿੱਥੇ ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚੋਂ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਹਾਲਾਂਕਿ ਇਸ ਦੇ ਵਿੱਚ ਵੀ ਇੱਕ ਤਕਨੀਕੀ ਪਹਿਲੂ ਹੈ ਕਿ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ 70 ਤੋਂ 75 ਤੋਂ ਲੈ ਕੇ ਜਾਂ 1947 ਤੋਂ ਬਾਅਦ ਜਾਂ 52 ਤੋਂ ਬਾਅਦ, ਜਿਨ੍ਹਾਂ ਨੇ ਹਲ ਵਾਹ ਕੇ ਮਿਹਨਤਾਂ ਕਰਕੇ ਜ਼ਮੀਨਾਂ ਆਬਾਦ ਕੀਤੀਆਂ, ਜ਼ਮੀਨ ਹਲ ਵਾਹਕ ਦੀ ਇਹ ਸਾਡੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ, ਸਾਡਾ ਜਿਹੜਾ ਐਕਟ ਹੈ ਉਸ ਦੇ ਵਿੱਚ ਵੀ ਲਿਖਿਆ ਹੋਇਆ। ਕਈ ਥਾਵਾਂ ਤੇ ਰੌਲਾ ਪੈ ਗਿਆ ਕਿ ਇਹ ਜ਼ਮੀਨਾਂ ਗਲਤ ਛੁਡਵਾਈਆਂ ਜਾ ਰਹੀਆਂ। ਕੁਝ ਇੱਕ ਪੋਲੀਟੀਕਲ ਜਿਹੜੇ ਪਰਿਵਾਰ ਨੇ ਉਹਨਾਂ ਦੀਆਂ ਜ਼ਮੀਨਾਂ ਦਾ ਰੌਲਾ ਪੈ ਰਿਹਾ, ਪਰ ਇੱਕ ਪਰਿਵਾਰ ਤੁਹਾਡੇ ਸਾਹਮਣੇ ਤੱਥਾਂ ਸਮੇਤ, ਸਬੂਤਾਂ ਸਮੇਤ ਗੱਲ ਕਰ ਰਿਹਾ ਹੈ। ਦੂਸਰੀ ਗੱਲ, ਕੱਲ ਇੱਕ ਹੋਰ ਪੰਚਾਇਤ ਹੈ ਜਿਹੜੀ, ਉਸ ਪੰਚਾਇਤ ਨਾਲ ਤੁਹਾਡੀ ਗੱਲਬਾਤ ਕਰਾਵਾਂਗਾ ਕਿ ਉਸ ਪੰਚਾਇਤ ਦੀ ਜਿਹੜੀ ਜ਼ਮੀਨ ਹੈ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਦਾਅਵਾ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਹੈ ਤੇ ਉਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਹੈ ਉਹ ਨਹੀਂ ਮਿਲਿਆ। ਇੱਕ ਪਿੰਡ ਹੋਰ ਸੀ, ਉਸ ਪਿੰਡ ਦਾ ਨਾਮ ਲੈ ਦਿੰਦਾ ਹਰਦਾਸਪੁਰਾ। ਉਹ ਪਿੰਡ ਵਾਲੇ ਕੈਮਰੇ ਅੱਗੇ ਆਉਣ ਤੋਂ ਝਿਜਕ ਰਹੇ ਨੇ, ਸ਼ਾਇਦ ਉਹਨਾਂ ਦਾ ਸਮਝੌਤਾ ਅੰਦਰੋਂ ਗਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਹੈ ਉਸ ਦੇ ਨਾਲ ਹੋ ਚੁੱਕੀ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉੱਤੇ ਲੱਗ ਰਹੇ ਇਹਨਾਂ ਇਲਜ਼ਾਮਾਂ ਦੇ ਦਰਮਿਆਨ ਅਵਲਪ੍ਰੀਤ ਭੈਣ ਤੇ ਬਾਈ ਨਵਦੀਪ ਹੋਰਾਂ ਦੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ। ਤੁਸੀਂ ਆਪ ਘੋਖ ਕਰੋ, ਪੜਤਾਲ ਕਰੋ, ਤੁਸੀਂ ਆਪ ਇਹਨਾਂ ਦੇ ਕੋਲ ਵਿਜ਼ਿਟ ਕਰ ਸਕਦੇ ਹੋ। ਤੁਸੀਂ ਆਪ ਦੇਖੋ ਕਿ ਕੌਣ ਸੱਚਾ ਹੈ, ਕੌਣ ਝੂਠਾ ਹੈ। ਆਖਰੀ ਫੈਸਲਾ ਜਨਤਾ ਨੇ ਵੀ ਕਰਨਾ ਹੁੰਦਾ ਹੈ ਤੇ ਵਾਹਿਗੁਰੂ ਨੇ ਵੀ ਕਰਨਾ ਹੈ। ਆਪਣੇ ਕੈਮਰਾ ਸਹਿਯੋਗੀ ਦਰਸ਼ਨ ਸਿੰਘ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਤੋਂ ਪ੍ਰਿੰਸ ਭਾਰਦਵਾਜ, ਔਨ 에ਅਰ ਦੇ ਲਈ ਸਤਿ ਸ੍ਰੀ ਅਕਾਲ।